ਸਵਾਗਤ ਹੈ ਜੀ ਆਪ ਜੀ ਦਾ ਇੱਕ ਵਾਰ ਫਿਰ ਤੋਂ ਸਾਡੇ ਦੂਜੇ ਭਾਗ ਦੇ ਵਿੱਚ। ਅਸੀਂ ਪੜ੍ਹ ਰਹੇ ਸੀ ਜੀ ਗੁਰਭਜਨ ਗਿੱਲ। ਅੱਜ ਸਾਡੀ ਰਚਨਾ ਹੈ ਆਪਣੀ ਜਾਚੇ, ਜੋ ਇੱਕ ਗਜ਼ਲ ਦੇ ਰੂਪ ਵਿੱਚ ਹੈ। ਆਪਣੀ ਜਾਚੇ ਉਹ ਤਾਂ ਵੱਡੇ ਘਰ ਜਾਂਦਾ ਹੈ, ਵਿੱਚ ਸਮੁੰਦਰ ਜਾ ਕੇ ਦਰਿਆ ਮਰ ਜਾਂਦਾ ਹੈ। ਇਸ ਰਚਨਾ ਦੇ ਵਿੱਚ ਜੋ ਕਵੀ ਨੇ ਉਹ ਇਹ ਦੱਸਣਾ ਚਾਹੁੰਦੇ ਨੇ ਕਿ ਜੋ ਮਨੁੱਖ ਹੈ ਉਹ ਆਪਣੇ ਆਪ ਦੇ ਵਿੱਚ ਆਪਣੀ ਸਮਝ ਦੇ ਅਨੁਸਾਰ ਬਹੁਤ ਵੱਡਾ ਕੰਮ ਕਰਦਾ ਹੈ, ਪਰ ਉਸ ਨੂੰ ਨਹੀਂ ਪਤਾ ਕਿ ਉਹ ਤਾਂ ਖਾਈ ਦੇ ਵਿੱਚ ਹੀ ਡਿੱਗਦਾ ਜਾ ਰਿਹਾ ਹੈ। ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ, ਬੇਸ਼ਰਮਾਂ ਦਾ ਨੀਵੀਂ ਪਾ ਕੇ ਸਰ ਜਾਂਦਾ ਹੈ। ਇਹਨਾਂ ਰਚਨਾਵਾਂ ਦੇ ਵਿੱਚ ਕਵੀ ਇਹ ਕਹਿੰਦਾ ਹੈ ਕਿ ਕਈ ਮਨੁੱਖ ਇਹੋ ਜਿਹੇ ਨੇ ਜੋ ਇਹ ਸੋਚਦੇ ਨੇ ਕਿ ਅਸੀਂ ਯਾਨੀ ਕਿ ਉਹ ਇਹੋ ਜਿਹਾ ਕੰਮ ਤਾਂ ਨਹੀਂ ਕਰ ਰਹੇ ਜਿਸ ਨਾਲ ਕਿਸੇ ਨੂੰ ਦੁੱਖ ਝੇਲਣੇ ਪੈਣ, ਕਿਉਂਕਿ ਦੁਨੀਆ ਦੇ ਵਿੱਚ ਸਾਰੇ ਤਰ੍ਹਾਂ ਦੇ ਲੋਕ ਹਨ ਔਰ ਅਸੀਂ ਬਸ ਗਰਦਨ ਨੂੰ ਸਿੱਧੀ ਰੱਖ ਕੇ ਜ਼ਿੰਦਗੀ ਦਾ ਮੁੱਲ ਹੈ ਤਾਰ ਰਹੇ ਹਾਂ। ਕਿਉਂਕਿ ਦੁਨੀਆ ਦੇ ਵਿੱਚ ਕੁਝ ਲੋਕ ਬਹੁਤ ਜ਼ਿਆਦਾ ਅਤਿਆਚਾਰ ਕਰਦੇ ਨੇ ਅਤੇ ਕੁਝ ਲੋਕ ਅਤਿਆਚਾਰ ਤੋਂ ਬਚਣਾ ਚਾਹੁੰਦੇ ਨੇ। ਬਾਕੀ ਉਹਨਾਂ ਨੇ ਬਹੁਤ ਕੁਝ ਲੋਕਾਂ ਨੇ ਯਾਨੀ ਕਿ ਜਿਹੜੇ ਲੋਕ ਇਹੋ ਜਿਹੇ ਵੀ ਹੁੰਦੇ ਨੇ ਕਿ ਉਹ ਬਹੁਤ ਅਤਿਆਚਾਰ ਕੀਤੇ ਹੁੰਦੇ ਨੇ ਆਪਣੀ ਜ਼ਿੰਦਗੀ ਵਿੱਚ, ਪਰ ਫਿਰ ਵੀ ਉਹ ਬੇਸ਼ਰਮਾਂ ਦੇ ਵਾਂਗੂ ਆਪਣੀ ਜ਼ਿੰਦਗੀ ਨੂੰ ਲੰਘਾ ਰਹੇ ਹਨ। ਭਾਵ ਉਹਨਾਂ ਨੂੰ ਕੋਈ ਸ਼ਰਮ ਲਿਹਾਜ਼ ਨਹੀਂ ਹੈ, ਉਹ ਬਸ ਬੇਸ਼ਰਮ ਹੋ ਕੇ ਆਪਣੇ ਕੰਮ ਕਰੀ ਜਾਂਦੇ ਨੇ। ਇਹ ਜੋ ਆਤਿਸ਼ਬਾਜ਼ੀ ਸਾਨੂੰ ਵੇਚ ਰਿਹਾ ਹੈ, ਆਪਣੀ ਚੀਚੀ ਝੁਲਸ ਜਾਣ ਤੇ ਡਰ ਜਾਂਦਾ ਹੈ। ਇੱਥੇ ਕਵੀ ਇਹ ਕਹਿੰਦਾ ਹੈ ਕਿ ਇਹ ਜੋ ਆਤਿਸ਼ਬਾਜ਼ੀ ਕਿਹਾ ਜਾਂਦਾ ਹੈ ਅੱਗ ਨੂੰ, ਯਾਨੀ ਕਿ ਅੱਗ ਦਾ ਵਰਨਾ, ਲੇਕਿਨ ਇਸ ਰਚਨਾ ਦੇ ਵਿੱਚ ਆਤਿਸ਼ਬਾਜ਼ੀ ਕਿਹਾ ਗਿਆ ਹੈ ਹਥਿਆਰਾਂ ਨੂੰ, ਨਸ਼ਿਆਂ ਨੂੰ, ਬੁਰੀਆਂ ਆਦਤਾਂ ਨੂੰ। ਇਹ ਜੋ ਵਿਅਕਤੀ ਹੈ ਜੋ ਆਤਿਸ਼ਬਾਜ਼ੀ ਯਾਨੀ ਕਿ ਹਥਿਆਰ ਵੇਚ ਰਿਹਾ ਹੈ, ਅਗਰ ਉਸੀ ਹਥਿਆਰ ਦੇ ਨਾਲ ਬਹੁਤ ਸਾਰੇ ਲੋਕਾਂ ਉੱਤੇ ਅਤਿਆਚਾਰ ਹੋ ਰਹੇ ਨੇ, ਕਈਆਂ ਮਾਵਾਂ ਦੇ ਪੁੱਤ ਖੋਏ ਜਾ ਰਹੇ ਨੇ, ਪਰ ਅਗਰ ਉਸੀ ਹਥਿਆਰ ਨਾਲ ਅਗਰ ਉਹਦੇ ਖੁਦ ਦਾ ਕਿਸੇ ਪਰਿਵਾਰ ਦੀ ਮੌਤ ਹੋ ਜਾਵੇ ਤਾਂ ਉਹ ਡਰ ਜਾਂਦਾ ਹੈ, ਤਾਂ ਜਾ ਕੇ ਉਹਨੂੰ ਸਮਝ ਆਉਂਦੀ ਹੈ। ਅੱਤ ਨੂੰ ਅੰਤ ਬਣਾਵੇ ਆਖਰ ਕਹਿਰ ਖੁਦਾਈ, ਜਬਰ ਜਰਦਿਆਂ ਸਬਰ ਪਿਆਲਾ ਭਰ ਜਾਂਦਾ ਹੈ। ਇਹਨਾਂ ਲਾਈਨਾਂ ਦੇ ਵਿੱਚ ਕਵੀ ਇਹ ਕਹਿੰਦਾ ਹੈ ਕਿ ਜਦੋਂ ਸੰਘਰਸ਼ ਕਰਕੇ ਅੱਤ ਹੋ ਜਾਂਦੀ ਹੈ, ਅੱਤ ਦਾ ਮਤਲਬ ਹੁੰਦਾ ਹੈ, ਇੱਥੇ ਦੋ ਸ਼ਬਦ ਹਨ, ਅੱਤ ਅਤੇ ਅੰਤ। ਅੰਤ ਦਾ ਮਤਲਬ ਆਖਰ ਔਰ ਅੱਤ ਦਾ ਮਤਲਬ ਬਹੁਤ ਹੀ ਜ਼ਿਆਦਾ। ਜਦ ਸੰਘਰਸ਼ ਕਰਕੇ ਅੱਤ ਹੋ ਜਾਂਦੀ ਹੈ, ਭਾਵ ਕਿ ਬੇਲੋੜਾ ਕੰਮ ਹੋ ਜਾਂਦਾ ਹੈ, ਤਾਂ ਉਸ ਪਰਮਾਤਮਾ ਦੀ ਮਿਹਰ ਨਾਲ ਉਸ ਦਾ ਇੱਕ ਦਿਨ ਅੰਤ ਵੀ ਜ਼ਰੂਰ ਹੋ ਜਾਂਦਾ ਹੈ। ਉਹ ਇੰਨਾ ਜ਼ੁਲਮ ਕਰਦੇ ਹਨ ਕਿ ਸਹਿਣ ਵਾਲੇ ਵੀ ਪਰੇਸ਼ਾਨ ਹੋ ਜਾਂਦੇ ਨੇ ਔਰ ਆਖਿਰਕਾਰ ਉਹਨਾਂ ਨੂੰ ਬੋਲਣਾ ਪੈਂਦਾ ਹੈ। ਅਗਲੀ ਰਚਨਾਵਾਂ ਦੇ ਵਿੱਚ ਕਵੀ ਕਹਿੰਦਾ ਹੈ, ਮਾਂ ਬੋਲੀ ਮਾਂ ਜਣਨੀ ਧਰਤੀ ਮਾਤਾ ਕੋਲੋਂ, ਟੁੱਟ ਕੇ ਬੰਦਾ ਮਰਦਾ ਮਰਦਾ ਮਰ ਜਾਂਦਾ ਹੈ। ਇਹਨਾਂ ਰਚਨਾਵਾਂ ਦੇ ਵਿੱਚ ਕਵੀ ਇਹ ਕਹਿਣਾ ਚਾਹੁੰਦੇ ਨੇ ਕਿ ਹੇ ਮਨੁੱਖ, ਆਪਣੀ ਮਾਂ ਬੋਲੀ ਮਾਂ ਜਣਨੀ, ਜਿਸ ਨੇ ਤੈਨੂੰ ਜਨਮ ਦਿੱਤਾ ਹੈ, ਅਤੇ ਧਰਤੀ ਮਾਤਾ ਜਦੋਂ ਉਹ ਉਹਨਾਂ ਤੋਂ ਦੂਰ ਹੋ ਜਾਂਦਾ ਹੈ ਤਾਂ ਉਹ ਉਸ ਨੂੰ ਅਪਣਾਉਣਾ ਨਹੀਂ, ਇੱਕ ਦੇਸ਼ ਨੂੰ ਛੱਡ ਕੇ ਦੂਸਰੇ ਦੇਸ਼ 'ਤੇ ਚਲਾ ਜਾਂਦਾ ਹੈ। ਯਾਨੀ ਕਿ ਟੁੱਕ ਕੇ ਬੰਦਾ ਮਰਦਾ ਮਰਦਾ ਮਰ ਜਾਂਦਾ ਹੈ ਔਰ ਆਖਿਰਕਾਰ ਬੰਦਾ ਇਹਨਾਂ ਤਿੰਨਾਂ ਚੀਜ਼ਾਂ ਨੂੰ ਭੁੱਲ ਕੇ ਇਸ ਦੁਨੀਆ ਤੋਂ ਚਲਾ ਜਾਂਦਾ ਹੈ। ਬਹੁਤੀ ਵਾਰੀ ਜਾਗਦਿਆਂ ਨਹੀਂ ਹਿੰਮਤ ਪੈਂਦੀ, ਸੁਪਨੇ ਅੰਦਰ ਜੋ ਕੁਝ ਬੰਦਾ ਕਰ ਜਾਂਦਾ ਹੈ। ਇਹਨਾਂ ਰਚਨਾਵਾਂ ਦੇ ਵਿੱਚ ਕਵੀ ਕਹਿਣਾ ਚਾਹ ਰਿਹਾ ਹੈ ਕਿ ਕਈ ਵਾਰ, ਬਹੁਤ ਵਾਰੀ ਜਦੋਂ ਅਸੀਂ ਸੁੱਤੇ ਹੁੰਦੇ ਹਾਂ ਤਾਂ ਅਸੀਂ ਸੁਪਨੇ ਦੇ ਵਿੱਚ ਇਹੋ ਜਿਹੇ ਕੰਮ ਵੀ ਕਰ ਜਾਂਦੇ ਹਾਂ ਜੋ ਸਾਡੇ ਵੱਸ ਤੋਂ ਬਾਹਰ ਹੁੰਦੇ ਹਨ। ਅਤੇ ਇਹ ਸੀ ਇਹਨਾਂ ਦੀ ਰਚਨਾ। ਹੁਣ ਅਸੀਂ ਅਗਲੀ ਰਚਨਾ ਪੜ੍ਹਾਂਗੇ, ਜੇ ਤੁਰੀਏ। ਇਹ ਵੀ ਇੱਕ ਗਜ਼ਲ ਹੈ। ਜੇ ਤੁਰੀਏ ਆਪਣੇ ਤੋਂ ਪਾਰ ਜਾਵੀਂ,
ਸਦੀ ਵੀ ਜਿੱਤ ਖਾਤਰ ਹਾਰ ਜਾਵੀਂ। ਜੁਰਾਬਾਂ ਵਾਂਗੂ ਲਾ ਲਈ ਰੁਤਬਿਆਂ ਨੂੰ, ਜਦੋਂ ਵੀ ਰੂਹ ਦੇ ਦਰਬਾਰ ਜਾਵੀਂ। ਇਹਨਾਂ ਰਚਨਾਵਾਂ ਦੇ ਵਿੱਚ ਕਵੀ ਇਹ ਕਹਿੰਦੇ ਨੇ ਕਿ ਹੇ ਮਨੁੱਖ, ਤੂੰ ਆਪਣੇ ਰਸਤੇ 'ਤੇ ਪਹੁੰਚਣਾ ਹੈ ਤਾਂ ਤੈਨੂੰ ਇਸ ਤੋਂ ਪਾਰ ਜਾਣਾ ਪੈਣਾ ਹੈ। ਔਰ ਸਦੀ ਵੀ ਜਿੱਤ ਖਾਤਰ, ਅਗਰ ਤੂੰ ਚਾਹੁੰਦਾ ਹੈ ਕਿ ਤੈਨੂੰ ਇੱਕ ਵੱਡੀ ਜਿੱਤ ਹਾਸਿਲ ਹੋਵੇ ਤਾਂ ਤੈਨੂੰ ਹਾਰਨਾ ਵੀ ਸਿੱਖਣਾ ਪਵੇਗਾ। ਜੁਰਾਬਾਂ ਵਾਂਗੂ ਇਸ ਜੋ ਦੁਨੀਆ ਦੇ ਵਿੱਚ ਰੁਤਬੇ ਨੇ ਤੇਰੇ, ਇਹਨਾਂ ਨੂੰ ਲਾ ਦੇਵੀਂ, ਅਰਥਾਤ ਕੰਮ ਧੰਦੇ ਜੋ ਵੀ ਤੇਰੇ ਅਹੰਕਾਰ ਹੈ ਉਸ ਨੂੰ ਲਾ ਦੇਈਂ, ਜਦੋਂ ਵੀ ਰੂਹ ਦੇ ਦਰਬਾਰ ਜਾਵੀਂ। ਇਹਦੇ 'ਚ ਕਵੀ ਕਹਿਣਾ ਚਾਹੁੰਦਾ ਹੈ, ਜਦ ਵੀ ਤੂੰ ਆਪਣੇ ਮਨ ਨੂੰ ਮਿਲਣਾ ਚਾਹਵੇਂ ਤਾਂ ਤੈਨੂੰ ਆਪਣੇ ਸਾਰੇ ਅਹੰਕਾਰ ਖਤਮ ਕਰਨੇ ਪੈਣਗੇ, ਤਾਂ ਹੀ ਪ੍ਰਮਾਤਮਾ ਤੈਨੂੰ ਮਿਲ ਸਕਦਾ ਹੈ। ਜੇ ਤਰਨਾ ਜਾਣਦਾ ਨਹੀਂ ਫੇਰ ਸੁਣ ਲੈ, ਨਦੀ ਦੇ ਨਾ ਕਦੇ ਵਿਚਕਾਰ ਜਾਵੀਂ। ਕਵੀ ਇਹ ਕਹਿਣਾ ਚਾਹੁੰਦਾ ਹੈ ਕਿ ਅਗਰ ਤੈਨੂੰ ਤਰਨਾ ਨਹੀਂ ਆਉਂਦਾ ਤੇ ਕਦੇ ਵੀ ਇਸ ਨਦੀ ਦੇ ਵਿਚਕਾਰ ਨਾ ਜਾਵੀਂ, ਕਿਉਂਕਿ ਇਹਨਾਂ ਸਤਰਾਂ ਵਿੱਚ ਕਵੀ ਇਹ ਕਹਿੰਦਾ ਚਾਹਦਾ ਭਾਵ ਕਿ ਬੁਰੇ ਕੰਮਾਂ ਵੱਲ ਧਿਆਨ ਸਾਨੂੰ ਨਹੀਂ ਦੇਣਾ ਚਾਹੀਦਾ। ਅਗਰ ਅਸੀਂ ਇਹਨਾਂ ਤੋਂ ਦੂਰ ਨਿਕਲਣਾ ਜਾਣਦੇ ਹਾਂ ਤਾਂ ਹੀ ਸਾਨੂੰ ਉਸ ਰਾਹ ਵੱਲ ਚੱਲਣਾ ਚਾਹੀਦਾ ਹੈ। ਵਰੀ ਕੰਨ ਘੋਰ ਬੱਦਲ ਬਣ ਕੇ ਇਹਨਾਂ, ਤੂੰ ਬਲਦੇ ਹਿਰਦਿਆਂ ਨੂੰ ਠਾਰ ਜਾਵੀਂ। ਇਹਨਾਂ ਰਚਨਾਵਾਂ ਦੇ ਵਿੱਚ ਕਵੀ ਇਹ ਕਹਿਣਾ ਚਾਹੁੰਦਾ ਹੈ ਕਿ ਜਿਸ ਪ੍ਰਕਾਰ ਬੱਦਲ ਬਰਸਦੇ ਹਨ ਤੇ ਸਾਰੇ ਜੰਗਲ ਨੂੰ ਹਰਾ ਭਰਾ ਕਰ ਦਿੰਦੇ ਨੇ, ਤੂੰ ਉਸ ਤਰ੍ਹਾਂ ਦੂਜਿਆਂ ਦੇ ਦੁੱਖ ਦੂਰ ਕਰਕੇ ਮਨ ਨੂੰ ਸ਼ਾਂਤ ਕਰ ਲਵੀਂ। ਉਹਦੇ ਨਾਲ ਤੈਨੂੰ ਵੀ ਬਹੁਤ ਸਕੂਨ ਮਿਲੇਗਾ ਅਤੇ ਦੁਨੀਆ ਨੂੰ ਵੀ। ਸਮਾਂ ਜੇ ਜਾਗਦੇ ਮਿਲਦਾ ਨਹੀਂ ਤਾਂ, ਕਦੇ ਸੁਪਨੇ 'ਚ ਗੇੜਾ ਮਾਰ ਜਾਵੀਂ। ਇਹਨਾਂ ਰਚਨਾਵਾਂ ਦੇ ਵਿੱਚ ਕਵੀ ਇਹ ਕਹਿਣਾ ਚਾਹੁੰਦਾ ਹੈ ਕਿ ਹੇ ਮਨੁੱਖ, ਕਦੇ ਵੀ ਸਰੀਰ ਨੂੰ ਮਿਲ ਕੇ ਵਾਪਿਸ ਨਹੀਂ ਪਰਤਣਾ ਚਾਹੀਦਾ। ਅਗਰ ਤੈਨੂੰ ਜਾਗਦੇ ਹੋਏ ਸਮਾਂ ਨਹੀਂ ਮਿਲਦਾ ਤਾਂ ਤੈਨੂੰ ਸੁਪਨੇ ਦੇ ਵਿੱਚ ਹੀ ਉੱਥੇ ਗੇੜਾ ਮਾਰ ਜਾਣਾ ਚਾਹੀਦਾ ਹੈ। ਯਾਨੀ ਕਿ ਭਾਵ ਇਹ ਹੈ ਕਿ ਹਮੇਸ਼ਾ ਸਾਨੂੰ ਆਤਮਾ ਵਿੱਚ ਜਾ ਕੇ ਗੱਲਬਾਤ ਕਰਨੀ ਚਾਹੀਦੀ ਹੈ। ਅਗਲੀ ਰਚਨਾਵਾਂ 'ਚ ਹੈ, ਕਵੀ ਕਹਿੰਦਾ ਹੈ, ਜੋ ਅਨਹਦ ਨਾਦ ਚਾਹੇ ਰੂਹ 'ਚ ਗੂੰਜੇ, ਸਦੀ ਵੀ ਚੁੱਪ ਨੂੰ ਟੁਣਕਾਰ ਜਾਵੀਂ। ਇਹਨਾਂ ਰਚਨਾਵਾਂ ਦੇ ਵਿੱਚ ਕਵੀ ਕਹਿੰਦਾ ਹੈ ਕਿ ਜੇ ਸਾਡੇ ਮਨ ਦੇ ਵਿੱਚ ਅਨਹਦ ਨਾਦ ਹਨ ਜੋ ਗੂੰਜ ਰਹੇ ਹਨ, ਇਹਨਾਂ ਦੇ ਵਿੱਚ ਕਵੀ ਕਹਿੰਦਾ ਹੈ ਕਿ ਜੇ ਅਨਹਦ ਨਾਦ ਚਾਹੇ ਰੂਹ 'ਚ ਗੂੰਜੇ, ਅਨਹਦ ਨਾਦ ਹੈ ਜੋ ਹਮੇਸ਼ਾ ਹੀ ਕਾਇਮ ਰਹਿਣ ਵਾਲੇ ਹੋਣ। ਅਗਰ ਆਤਮਾ ਰੂਪੀ ਸੰਗੀਤ ਤੇਰੇ ਮਨ ਦੇ ਵਿੱਚ ਹਮੇਸ਼ਾ ਗੂੰਜੇ ਤਾਂ ਸਦੀ ਵੀ ਚੁੱਪ ਨੂੰ ਟੁਣਕਾਰ ਜਾਵੇਂ, ਪਰ ਕੁਝ ਸਮਾਂ ਦੇ ਲਈ ਤੈਨੂੰ ਉਸ ਨੂੰ ਭੁੱਲ ਜਾਣਾ ਹੈ ਅਤੇ ਲੋਕਾਂ ਦੀ ਸੇਵਾ ਕਰਨੀ ਹੈ, ਸੱਚਾਈ ਦਾ ਸਾਥ ਦੇਣਾ ਹੈ। ਤੇ ਇਹ ਸੀ ਜੀ ਗੁਰਬਚਨ ਗਿੱਲ ਦੀਆਂ ਰਚਨਾਵਾਂ। ਅਸੀਂ ਅਗਲੇ ਅਧਿਆਇ ਵਿੱਚ ਫਿਰ ਜਲਦੀ ਹੀ ਮਿਲਾਂਗੇ। ਤਾਂ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।